नहीं जी, मैं उच्च जाति आ जी, मेरे वर्गा कौन आ, मेरी उच्ची नस्ल, मेरा बड़ा परिवार, मेरा बड़ा लाना, मेरी बड़ी पत्ती, मेरी बड़ी जात, मैं फलाना से हुन्ना गा। पर यह सब कुछ बाबे नानक दे घरे कबूल नहीं हुंदा। ते गुरु गोबिंद सिंह महाराज जी ने जिहड़े बड़े लंबे टाइम तो जन्मां जन्मांतरां दे लताड़े हुए लोग ने, उन्हां नूं उच्चा चुकण दा प्रोग्राम उलीकिया। ਤਾਂ ਆਪਾਂ ਨੂੰ ਇਹ ਵੀ ਪਤਾ ਵੀ ਸਾਡੇ ਸਮਾਜ ਦੇ ਵਿੱਚ 4 ਤਿਉਹਾਰ ਨੇ ਜਿਹੜੇ ਉਹ ਪ੍ਰਮੁੱਖ ਸਨ। ਜਿਵੇਂ ਕਿ ਪਹਿਲਾ ਵਿਸਾਖੀ ਆ ਜਿਹੜੀ, ਇਹ ਬ੍ਰਾਹਮਣ ਨੇ ਆਪ ਦਾ ਤਿਉਹਾਰ ਬਣਾਇਆ ਸੀ ਵੀ ਮੇਰਾ ਇਹ। ਭਲਾ ਕਿਉਂ? ਵਿਸਾਖ ਦੇ ਮਹੀਨੇ 'ਚ ਫਸਲਾਂ ਵੱਢੀਆਂ ਜਾਂਦੀਆਂ ਨੇ, ਦਾਣਾ ਫੱਕਾ ਹਰੇਕ ਦੇ ਘਰੇ ਆਇਆਗਾ। ਇਹਦੀ ਵਿਰਤੀ ਲਾਲਚੀ ਆ ਤੇ ਲਾਲਚੀ ਵਿਰਤੀ ਹੋਣ ਕਰਕੇ ਨੇ ਲੋਕਾਂ ਦੇ ਵਿੱਚ ਪ੍ਰਚਾਰ ਦਿੱਤਾ ਵੀ ਮੈਨੂੰ ਹੁਣ ਤੁਸੀਂ ਦਸ਼ਣਾ ਦਿਓ। ਵਿਸਾਖੀ ਮਨਾਉਣ ਦੇ ਬਹਾਨੇ ਦੇ ਵਿੱਚ ਇਹ ਲੋਕਾਂ ਤੋਂ ਬਹੁਤ ਕੁਛ ਇਕੱਠਾ ਕਰ ਜਾਂਦਾ ਸੀ। ਸਾਤਰ ਦਿਮਾਗ ਦਾ ਚਲਾਕ, ਸਿਆਣਾ ਨਹੀਂ ਹੈ, ਚਲਾਕ। ਤੇ ਸਾਨੂੰ ਅਜਿਹੀਆਂ ਕਵਿਤਾਵਾਂ ਸੁਣਾ ਦਿੰਦੇ ਸੀ, ਇਹੋ ਜਿਹੇ ਸਾਨੂੰ ਗੀਤ ਸੁਣਾ ਦਿੰਦੇ ਸੀ, ਮਾਰਦਾ ਦਮਾਮਾ ਜੱਟ ਮੇਲੇ ਆ ਗਿਆ, ਹਾੜੀ ਸੋਹਣੀ ਵੇਚ ਵੱਟ। ਸਾਰਾ ਕੁਛ ਨਿਬੇੜ ਕੇ ਤੇ ਦਮਾਮੇ ਮਾਰਨ ਵਾਲਾ ਬਣਾ ਕੇ ਤੇ ਸਾਨੂੰ ਆਪਣੇ ਬੁਲਾ ਲੈਂਦਾ ਸੀ ਘਰ ਦੇ ਵਿੱਚ। ਇਹ ਮੇਰਾ ਤਿਉਹਾਰ। ਤੇ ਤਿਉਹਾਰ ਦਾ ਅਰਥ ਹੁੰਦਾ ਤਹਿਵਾਰ, ਨਿਸ਼ਚਿਤ ਕੀਤਾ ਹੋਇਆ ਦਿਨ। ਇਹ ਵੀ ਗੱਲਾਂ ਵਾਹਿਗੁਰੂ ਭਲਾ ਕਰੇ ਸਮਝਣ ਵਾਲੀਆਂ, ਨੋਟ ਕਰਨ ਵਾਲੀਆਂ ਨੇ। ਜਾਣੀ ਕਿ ਨਿਸ਼ਚਿਤ ਕੀਤਾ ਹੋਇਆ ਦਿਨ, ਤਹਿਵਾਰ, ਤੈਅ ਕੀਤਾ ਹੋਇਆ ਦਿਨ। ਆਪਾਂ ਕਹਿੰਦੇ ਆ ਫਲਾਨੀ ਗੱਲ ਅਸੀਂ ਤੈਅ ਕਰ ਲਈ ਭਾਈ, ਹੁਣ ਤਾਂ ਉਹ ਤਾਂ ਗੱਲ ਕਲੀਅਰ ਹੋ ਗਈ, ਤੈਅ ਹੋ ਗਈ ਗੱਲ। ਤੈਅ ਕੀਤਾ ਹੋਇਆ ਦਿਨ, ਤਹਿਵਾਰ, ਜਿਹਨੂੰ ਬਾਅਦ ਵਿੱਚ ਰੂਪ ਬਣਿਆ ਤਿਉਹਾਰ ਦਾ। ਇਹਨੇ ਵਿਸਾਖੀ ਦਾ ਤਿਉਹਾਰ ਆਪਣੇ ਨਾਲ ਮੇਲ ਲਿਆ। ਤੇ ਦੂਜੀ ਪੱਖ ਆਉਂਦੀ ਹੈਗੀ ਖੱਤਰੀ ਦੀ, ਬ੍ਰਾਹਮਣ 2 ਨੰਬਰ ਤੇ ਖੱਤਰੀ ਆਉਂਦਾਗਾ। ਤੇ ਇਹਦੇ ਨਾਲ ਮੇਲ ਦਿੱਤੀ ਇਹਨੇ ਦੀਵਾਲੀ। ਇਹਨੇ ਬਣਾ ਦਿੱਤਾ ਇਹ ਦੀਵਾਲੀ ਖੱਤਰੀਆਂ ਦਾ ਤਿਉਹਾਰ ਹੈ। ਤੇ ਖੱਤਰੀ ਦਾ ਅਰਥ ਹੁੰਦਾ ਖੱਤਰਿਆਂ ਨਾਲ ਜੂਝਣ ਵਾਲਾ, ਕਸ਼ੱਤਰੀ ਵੀ ਆਪਾਂ ਕਹਿ ਦਿੰਦੇ ਆ। ਇਹ ਤਿਉਹਾਰ ਉਹਨਾਂ ਨੂੰ ਦਿੱਤਾ। ਮਰਜ਼ੀ ਬਾਹਮਣ ਦੀ ਆ ਨਾ, ਬ੍ਰਾਹਮਣ ਦੀ ਆ, ਪੁਜਾਰੀ ਦੀ ਆ। ਅੱਜ ਵੀ ਸਾਡੇ ਦਿਮਾਗ ਤੇ ਭਾਰੂ ਆ। ਇਹ ਨਾ ਸੋਚੋ ਵੀ ਅੱਜ ਅਸੀਂ ਪੁਜਾਰੀਵਾਦ ਤੋਂ ਮੁਕਤ ਹੋ ਗਏ। ਨਾ 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 ਨਾ। ਜਿਹੜਾ ਪਰਿਵਾਰ ਅੱਜ ਵੀ ਜੰਤਰੀ ਦੇਖਦਾ ਨਾ, ਕੋਈ ਕੰਮ ਕਰਨ ਤੋਂ ਪਹਿਲਾਂ ਪੁਜਾਰੀ ਦੀ ਰਾਏ ਲੈਂਦਾ, ਉਹਦੇ ਦਿਮਾਗ ਵਿੱਚ ਅੱਜ ਵੀ ਬ੍ਰਾਹਮਣ ਆ, ਅੱਜ ਵੀ ਪੁਜਾਰੀ ਵੜਿਆ ਹੋਇਆ ਹੈਗਾ। ਤੇ ਜਿਨ੍ਹਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਆ, ਉਹਨਾਂ ਦੇ ਦਿਮਾਗ ਚੋਂ ਨਿਕਲ ਗਿਆ। ਪਰ ਆਪਾਂ ਖੁਦ ਹੀ ਗਿਣਤੀ ਕਰਕੇ ਵੇਖੋ, ਅਸੀਂ ਕਿੰਨੇ ਕਾਂ ਜਿਹੜੇ ਆਪਾਂ ਪੁਜਾਰੀ ਦੀ ਰਾਏ ਲੈਂਦੇ ਆ। ਬਾਬਾ ਅਸੀਂ ਫਲਾਨਾ ਕੰਮ ਕਰਨਾ, ਕਰੀਏ ਕਿ ਨਾ ਕਰੀਏ? ਹੁਣ ਬਾਬਾ ਦੱਸੂ ਵੀ ਕਰਨਾ ਜਾਂ ਨਹੀਂ ਕਰਨਾ। ਬਾਬਾ ਅਸੀਂ ਵਿਆਹ ਕਰਨਾ, ਕਰੀਏ ਕਿ ਨਾ ਕਰੀਏ? ਹੁਣ ਉਹ ਦੱਸੂ, ਪੁਜਾਰੀ ਦੱਸੂ ਵੀ ਕਰੀਏ ਜਾਂ ਨਾ ਕਰੀਏ। ਤੇ ਗੁਰੂ ਸਾਹਿਬ ਨੇ ਕੀ ਕਿਹਾ? ਮਨ ਕੀ ਪੱਤਰੀ ਬਾਚਣੀ, ਸੁਖੀ ਹੂੰ ਸੁਖ ਸਾਰ। ਆਪਣੇ ਮਨ ਨਾ ਰਹਿ ਕਰ ਤੇ ਗੁਰੂ ਅੱਗੇ ਅਰਦਾਸ ਕਰ। ਮਨ ਨਾ ਰਹਿ ਕਰ ਵੀ 4 ਪੈਸੇ ਹੈ, ਵਿਆਜੂ ਤਾਂ ਨਹੀਂ ਚੱਕਣ ਦੀ ਲੋੜ, ਕਿਸੇ ਤੋਂ ਫੇਟੇ ਮੂੰਹ ਲੈਣ ਦੀ ਤਾਂ ਨਹੀਂ ਲੋੜ ਪੈਣੀ ਗੀ। ਜੇ ਨਹੀਂ ਪੈਣੀ ਤਾਂ ਇਹ ਕੰਮ ਗੁਰੂ ਅੱਗੇ ਅਰਦਾਸ ਕਰਕੇ ਕਰ ਲਾ, ਬਸ ਗੱਲ ਖਤਮ ਆ। ਪਾਤਸ਼ਾਹ ਨੇ ਦੱਸਤਾ ਨਾ, ਮਨ ਕੀ ਪੱਤਰੀ ਬਾਚਣੀ। ਪੁਜਾਰੀ ਕੋਲ ਜਾ ਕੇ ਪੱਤਰੀ ਨਾ ਖੁਲਾ, ਆਪਣੇ ਮਨ ਦੀ ਪੱਤਰੀ ਬਾਚ। ਖਾਤਰਿਆਂ ਨਾਲ ਜੂਝਣ ਵਾਲੀ ਕੌਮ ਦੇ ਵੀ ਇਸ ਪੁਜਾਰੀ ਨੇ ਨੱਥ ਪਾਲੀ ਨੱਕ 'ਚ। ਕਹਿੰਦਾ ਤੇਰਾ ਤਿਉਹਾਰ ਦੀਵਾਲੀ ਆ ਜਾ। 3 ਨੰਬਰ ਤੇ ਪੜਾ ਆ ਗਿਆ ਆਪਾਂ ਨੂੰ ਪਤਾ ਵੈਸ ਦਾ। ਤੇ ਬੈਸ ਨੂੰ ਇਹਨੇ ਦੇ ਦਿੱਤਾ ਦੁਸਹਿਰਾ, ਤੇ ਤੁਸੀਂ ਮਨਾਇਆ ਕਰੋ ਦੁਸਹਿਰਾ।
ते गल की प्रचलित कर दी, रावण ने सीता चुक ली सी, नेकी ते बदी दा धक्का होया, नेकी ते बदी दी लड़ाई दिखाती, उत्थे फोटो बनाती, देखो सीता नरमा जी ओ देवते दे घर वाली है जी, ओनू धक्के ना रावण ले गया जी। सानू आ कहानियां सुनातियां, साडे दिमाग च नफरत पवाती रावण दे प्रति। ते वैस ने मन लिया, ठीक है कहना, पर वाहिगुरू भला करे प्यार वालिओ, तुसी बड़े सियाणे हो, रावण वर्गा विद्वान कोई नहीं सी। रावण दे आपां 10 सिर मनदे आ, वैसे दुनियावी सिर नहीं सी, ओदे 10 सिरां जिन्ना दिमाग सी, दिमाग बहुत तेज सी ओदा। इउं कह लो भी जे 10 बंदियां दा दिमाग आ ते 10 बंदियां दा दिमाग एक कर लो, इन्ना कल्ले रावण दा दिमाग सीगा। भी जणी कि ओह कहण तो भाव विद्वान सी, सियाणा सी, पर किते ना किते जाके बंदे दी कमजोरी हुंदी है। ओह कमजोरी इक्को ही सी ओहदे च भी ओहनूं रब ते भरोसा नहीं सी, अपने ते हंकार सी, चंद्रे नूं हंकार मार गया। दूजी गल निगाह मारिओ, ओहदे 10 सिर 20 अखां हो गईयां अपने मुताबक, पुजारी मुताबक भी तो 10 सिर लगे ने। अज भी दुसहरा फूकदे आ, जदों 5 सिर इधर ला आंदे ने, 4-5 सिर इधर ला आंदे ने, कि 10 सिरा बना आंदे ने कि दुसहरा। 10 सिरां दियां 20 अखां हो गईयां, 10 दा दूनी 20 अखां हो गईयां। 20 अखां होण दे बावजूद सीता नूं भावें अपनी भैण दे धक्के दे बदले चक के ले गया, पर माड़ी निगाह नाल नहीं वेख्या। गुरु किरपा करे आपां निगाह मार के वेखणी आ। राम दे घर लक्ष्मण दी भैण आउंदी आ, अगलियां ने बेपत करके तोरी आ, इह इन्हां दा इतिहास आ। राम लक्ष्मण जिन्हां नूं असीं देवते मनदे आ, इन्हां दे घर सबब बनिया किते स्वरूप नखा मिलदी आ, अगलियां ने बेपत करके तोरी आ। बेपत करना, किसी दी इज्जत नूं हथ पाउणा, इह नक वड्ढणा हुंदा। नक कोई किसे तिखे हथियार नाल सीधे तौर ते नहीं सी वड्ढिया स्वरूप नखा दा, भी सीधे तौर ते नक वढ़ता सी, ओहदा सत भंग करता। ते सोचो हुण एक पासे देवते मनण वाले लोक इज्जतां नूं हथ पाउंदे ने, ते एक पासे जिहनूं अज भंडिया जांदागा ते ओहनूं गुरु की पावन बाणी कहंदी आ, ओहदे च एक गुण नहीं सी, बाकी सारे ही सीगे। अत सुंदर कुलीन चातर मुख ज्ञानी धनवंत, ओ ज्ञानी भी सी धनी भी सी, पर मृतक कहिए नानका जे प्रीत नहीं भगवंत। चंद्रे दी प्रीत नहीं सी, रब ते भरोसा नहीं सीगा, इत्थे मार खा गया। पर रावण अरगे वाहिगुरू राम अरगिਆਂ ਨੂੰ सैकड़े गुणा चंगा सी, पर ब्रह्मण ने ਇਹ गल प्रचलित करती, कहना दशहरा ਤੁਹਾਡਾ ਤੇ ਤੁਸੀਂ दशहरा मनाया करो। ਤੇ ਪਿੱਛੇ ਰਹਿ ਗਿਆ ਇੱਕ ਤਿਉਹਾਰ, ਉਹ ਤਿਉਹਾਰ ਸੀ ਹੋਲੀ। ਤੇ ਹੋਲੀ ਇਹਨੇ ਦੇਤੀ ਸ਼ੂਦਰ ਨੂੰ, ਇਹਨੇ ਹੋਲੀ ਦੇਤੀ ਸ਼ੂਦਰ ਨੂੰ, ਕਹਿੰਦਾ ਤੂੰ ਹੋਲੀ ਮਨਾ ਲਿਆ ਕਰ, तू होली मनाया कर। ते चेता रखियो शूदर नूं क्यों दित्ती, क्योंकि नीवी जात दा इहने नफरत पैदा करती, समाज दे विच वंडियां पातियां, टुकड़े करता समाज नूं। ते माफ करना मैं इत्थे रब लगदी गल करां, जिहड़ी 47 दी वंड होई है ना, अज लहिंदा पंजाब ते एक चढ़दा पंजाब आ, पाकिस्तान ते पंजाब दी धरती आ, जिहड़ी इहदे विच लकीर आ ना, इह भी पुजारी ने खिचाई आ। पूरी तरह गौर दे नाल इतिहास नूं घोख के वेखिओ, पुजारी ने कढवाई है लैन। जिहड़े पुजारी ने लैन कढवाई आ, वंड करवाई आ, ते ओह अज साडे सिर ते राज करदा, किसे रूप च करदा चाहे, पर सानू अज तक इहदा पता नहीं लग्या। साडी कौम हर वार लुट्टी जांदी है, पर धन्ना मालक दा असी हर बार लुट्टे जाने आ, लुट्टे जाने आ, लुट्टे जाने आ, पर पता नहीं कदों सियाणे होवांगे, कदों समझ वाले बनांगे। साडे समाज दे विच साडी बहुत वड्डे पद्धर ते लुੱਟ कीती जांदी। किवें? बड़ा लंबा टाइम पहला सिख सम्मेलन होया, विश्व सिख सम्मेलन होया ना, लोकां नूं याद कराउण वास्ते भी तुहाडा इतिहास की आ, तुहाडा जीवन की आ, तुसीं कौन हो, इह याद कराउण वास्ते कीता ना। पर किसी ने गल फैला दित्ती
कहंदे गणेश दुध पी रहा गा, ते माफ करना सिखां दे परिवारां चों ही साडी कौम दे लोग डोलू भर भर ना गणेश दी मूर्ति नूं दुध पिआउण चल पे। बड़े लंबा टाइम पहला, काफी टाइम दी गल हैगी, लुटे गए। गल चल रही है गुरबाणी विचार दी, गल चल रही है सानू समझाउण दी भी तुसी कौन हो, ते किसी ने गल फलाती गणेश दुध पी रहा हैगा ते चक के डोलू साडे लोग उधर नूं भज ले, इत्थे आके लुटे गए। मन लो भी आपां विचार कर रहे हैं ते किसी ने आके गल फलाती भी अज तां भाई पंचमी आ ते जेड़ा फलाने था नहा के आऊ ना ते ओ तर जाऊगा ते साडा झुका किधर नूं होऊगा। असीं गुरबाणी विचार वाले पासे नहीं खड़ांगे, असीं नहाउण वाले पासे जावांगे। ऐ लुटे जाने असीं। अज भाई फलाना, अज मस्या, अज फलानी चीज, अज इमकी चीज, अज दसवीं आ, जाओ चक्को भजो उधर नूं। सानू इउं लुटिया जांदा प्यारिओ, जिवें कि 400 साला गुरु ग्रंथ साहिब दा मनाउण दा बड़े पद्धर ते प्रबंध किया गया। कौन पहले हैड ग्रंथी होए, किवें गुरु पातशाह दा प्रकाश होया, पहला हुक्मनामा की आया, ये सारियां गल्लां ते विचार करनी आ। एडे बड़े इकट्ठ दे विच कोई लेके की आ गया, कहंदा लो जी, कहंदा मैं हथ लिखत बीड़ लेके आया ते करो दर्शन दे। ते हुण माफ करना, जेड़ी बीड़ जेड़ा गुरु ग्रंथ साहिब साडी ताबिया प्रकाश आ, कि इहदे च कमी है कोई? पर अगले ने उलझा लिया, लो देख लो हथ लिखत देख लो, साडी कौम उधर नूं भज ली। जानी कि इउं ना असीं समझ तो बिना, ज्ञान तो बिना लुटे जा रहे हैं। पर जिन्ने तुसीं बैठे हो ना, धनता दे योग हो, बड़भागे हो, मालक बख्शिश करे आपां लुटे ना जाइए। बेनती आ ते पुजारी बड़ा चलाक आ, इन 4 टुकड़ियां दे विच जातां पातां वंड दित्तियां। ते बहुते ना अज भी गुरुद्वारे च ही लड़ाइयां चलदियां भी जात हुंदी आ। माफ करना, बह के अख विच अख पा के गल करो, तुहानूं दस देवांगे भी जात किवें हुंदी आ। असीं नहीं दसना, तुसीं भी गुरबाणी पढ़दे हो, असीं भी गुरबाणी पढ़दे आ। गुरबाणी तो पुछना भी जात हुंदी आ जां नहीं हुंदी, तां भगत कबीर साहब जी दीयां गल्लां दा जवाब देना। जो तो ब्राह्मण ब्रह्मणी जाया, तो आन वाट काहे को आया। हम कत लोहू तुम कत दूध की गल की है ना। जे तू ब्राह्मण कहाउना, अपने आप नूं बड़ी जात वाला कहाउना, मेरे जन्म लैण दा रस्ता केड़ा ते तेरे जन्म लैण दा रस्ता केड़ा, ये कबीर साहब ने गल कीती है। क्लीयर कर दे। पुजारी दा सिर नीवा हो गया, धौण नीवी हो गई भी साडा जन्म लैण दा तरीका इक्को आ, इक्को रस्ते असीं आए आ। साडे विच कोई इदां नहीं भी पुजारी ब्राह्मण विच दुध दा खून दी थां ते एक शूदर जात दे परिवार विच रहण वाले अंदर खून आगा भी फर्क आगा। खून ओदे च, खून ओदे च, साह ओ लैंदा, साह ओ लैंदा गा, फर्क कित्थे आ। 200 सेडियां तेरे च, 200 सेडियां साडे च। 5 तत्तां दा तू बनिया, 5 तत्तां दे असीं बने। कहण तो भाव इन्हां गल्लां दे विच सानू उलझाया अज भी जा रहा। अज भी साडा दिमाग जातां पातां दे आधार ते रुकिया होया। हुण सुणो मेरे पातशाह दा इतिहास। मेरे पातशाह ने सब तो पहला ना आनंदपुर साहिब दी धरती ते पहुंच के जेड़े समाज नूं लुटिया जा रहा गा, लताड़िया जा रहा गा, लताड़ी हुई कौम नूं उपर चुकना, तां पातशाह ने ना आनंदपुर साहब दी धरती ते किहड़ा तिहार मनाउण दा प्रबंध कीता। एक सवाल सब तो पहला, धन गुरु गोबिंद सिंह सच्चे पातशाह ने ना होली दा तिहार लेता। होली मनाउणी आ, पर किस रूप च? जो अज असीं मनाउणे आ ना, होली दा ये रूप नहीं है। होली नूं होले महल्ले दा रूप दिता गुरु गोबिंद सिंह ने, ते पातशाह ने ना होला महल्ला आरंभ किया आनंदपुर साहब दी धरती ते। मालक कृपा करे, आनंदपुर साहब दी धरती ते ना होला महल्ला शुरू किया। होली दा बदलवां रूप ते होली दी आरंभता कित्थों हुई आ, संखेप विचार है इत्थे थोड़ी जी। आप जी नूं पता, गुरु ग्रंथ साहब जी दी पावन पवित्र बाणी दे विच ना, पूरे गुरु ग्रंथ साहब दे विच एक बार आ
ਜਿਹੜੀ ਰੋਜ਼ ਹਰਮੰਦਰ ਸਾਹਿਬ ਦੇ ਵਿੱਚ ਪੜ੍ਹੀ ਜਾਂਦੀ ਆ, ਆਸਾ ਕੀ ਵਾਰ। ਤੇ ਜਿਹੜੀ ਆਸਾ ਦੀ ਵਾਰ ਆ ਨਾ, ਆਸਾ ਦੀ ਵਾਰ ਦੀ ਆਰੰਭਤਾ ਵੀ ਇਤਿਹਾਸ ਤੋਂ ਹੁੰਦੀ ਆ, ਤੇ ਆਸਾ ਕੀ ਵਾਰ ਦੀ ਸੰਪੂਰਨਤਾ ਸਮਾਪਤੀ ਵੀ ਇਤਿਹਾਸ ਤੋਂ ਹੁੰਦੀ ਆ। ਆਰੰਭਤਾ ਕਿੱਥੋਂ ਹੁੰਦੀ ਹੈਗੀ? ਆਪਾਂ ਰੋਜ਼ ਗੁਰੂ ਕੀ ਪਾਵਨ ਬਾਣੀ ਪੜ੍ਹਦੇ ਆ। ਟੁੰਡੇ ਅਸ ਰਾਜੇ ਕੀ ਧੁਨੀ, ਇਹ ਦੋ ਰਾਜੇ ਹੋਏ ਨਾ, ਤੇ ਇਥੋਂ ਆਰੰਭਤਾ ਹੁੰਦੀ ਆ। ਸਮਾਪਤੀ ਕਿੱਥੇ ਹੁੰਦੀ ਆ? ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੇ ਜਿਹੜੀ ਹੋਲਕਾ ਨਾ, ਇਹ ਪ੍ਰਹਿਲਾਦ ਦੀ ਭੂਆ, ਪ੍ਰਹਿਲਾਦ ਦੀ ਭੂਆ ਨਾ, ਹਰਨਾਕਸ਼ ਦੀ ਇਹ ਭੈਣ ਆ। ਤੇ ਆਪਾਂ ਨੂੰ ਪਤਾ ਜਿਹੜਾ ਪ੍ਰਹਿਲਾਦ ਆ, ਇਹ ਰੱਬ ਦਾ ਮੁਰੀਦ ਆ, ਅੱਲਾ ਦਾ, ਖੁਦਾ ਦਾ, ਭਗਵਾਨ ਦਾ ਮੁਰੀਦ ਆ। ਤੇ ਪ੍ਰਹਿਲਾਦ ਨੂੰ ਹਰਨਾਕਸ਼ ਜਬਰੀ ਧਰਮ ਤਬਦੀਲ ਕਰਨ ਲਈ ਕਹਿ ਰਿਹਾ। ਤੂੰ ਇਹ ਨਹੀਂ ਕਹਿਣਾ ਵੀ ਰੱਬ, ਅੱਲਾ, ਭਗਵਾਨ, ਰਾਮ, ਖੁਦਾ ਇੱਕ ਹੈ। ਰਾਮ ਰਾਮ ਦਾ ਪਾਠ ਨਹੀਂ ਪੜ੍ਹਨਾ, ਵਾਹਿਗੁਰੂ ਵਾਹਿਗੁਰੂ ਦਾ ਜਾਂ ਅੱਲਾ ਅੱਲਾ ਦਾ ਪਾਠ ਨਹੀਂ ਪੜ੍ਹਨਾ। ਤੈਂ ਪੜ੍ਹਨਾ ਕੀ ਆ? ਜਲੇ ਹਰਨਾਕਸ਼, ਥਲੇ ਹਰਨਾਕਸ਼, ਹਰ ਥਾਂ ਤੇ ਹਰਨਾਕਸ਼ ਹੀ ਹਰਨਾਕਸ਼ ਹੈ। ਤੇ ਪ੍ਰਹਿਲਾਦ ਕਹਿੰਦਾ ਮੈਂ ਇਹ ਕੰਮ ਨਹੀਂ ਕਰਨਾ। ਚਲੋ ਸੰਖੇਪ ਕਹਿਣ ਤੋਂ ਭਾਵ ਪ੍ਰਹਿਲਾਦ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਚੱਲ ਪਈਆਂ, ਮੈਨੂੰ ਖਤਮ ਕਰੋ। ਬੜੀਆਂ ਸਾਜ਼ਿਸ਼ਾਂ ਰਚੀਆਂ, ਪਰ ਇੱਕ ਜਿਹੜੀ ਵੱਡੀ ਅਹਿਮ ਸਾਜ਼ਿਸ਼ ਆ ਨਾ, ਉਹ ਇਹ ਆ ਵੀ ਪ੍ਰਹਿਲਾਦ ਨੂੰ ਅੱਗ ਦੇ ਵਿੱਚ ਬਹਾਉਣ ਦਾ ਇਹਨਾਂ ਦੇ ਇਤਿਹਾਸ ਮੁਤਾਬਕ ਇੱਕ ਉਪਰਾਲਾ ਕੀਤਾ ਗਿਆ। ਜਿਹੜੀ ਹਰਨਾਕਸ਼ ਦੀ ਭੈਣ ਆ ਹੋਲਕਾ, ਤੇ ਹੋਲਕਾ ਨੂੰ ਕੋਈ ਇਹਨਾਂ ਦੇ ਮੁਤਾਬਕ ਮਿਲਿਆ ਹੋਇਆ ਵਰ ਵੀ ਇਹ ਅੱਗ ਵਿੱਚ ਸੜਦੀ ਨਹੀਂ ਹੈ। ਬਹੁਤਿਆਂ ਨੇ ਇਉਂ ਵੀ ਲਿਖਿਆ ਵੀ ਇੱਕ ਐਸੀ ਚਾਦਰ ਆ ਜਿਹੜੀ ਚਾਦਰ ਨੂੰ ਅੱਗ ਟੱਚ ਨਹੀਂ ਕਰਦੀ, ਜਿਹੜੀ ਚਾਦਰ ਨੂੰ ਨਾ ਅੱਗ ਟੱਚ ਨਹੀਂ ਕਰਦੀਗੀ। ਤੇ ਉਹ ਚਾਦਰ ਲੈ ਕੇ ਹੋਲਕਾ ਨੂੰ ਅੱਗ ਦੇ ਵਿੱਚ ਬਹਾਇਆ, ਤੇ ਨਾਲ ਪ੍ਰਹਿਲਾਦ ਨੂੰ ਵੀ ਬਹਾਇਆ। ਪਰ ਐਸਾ ਸਬਬ ਬਣਿਆ, ਕਹਿੰਦੇ ਉਸ ਚਾਦਰ ਵਿੱਚ ਜਾਂ ਰੱਬ ਦੀ ਐਸੀ ਕੋਈ ਕਿਰਪਾ ਹੋਈ, ਇਉਂ ਕਹਿ ਲੋ ਵੀ ਹੋਲਕਾ ਅੱਗ ਦੇ ਵਿੱਚ ਮੱਚ ਗਈ ਤੇ ਪ੍ਰਹਿਲਾਦ ਬਚ ਗਿਆ। ਜਦੋਂ ਅੱਗ ਦੇ ਵਿੱਚੋਂ ਮਨੁੱਖੀ ਸਰੀਰ ਸੜਨ ਦੀ ਬੋ ਆਈ, ਬਦਬੂ ਆਈ, ਤਾਂ ਉਸ ਟਾਈਮ ਤੇ ਇਹਨਾਂ ਨੇ ਆਪਣੇ ਤੌਰ ਤੇ ਬਾਹਰੋਂ ਵੇਖਿਆ ਵੀ ਪ੍ਰਹਿਲਾਦ ਮੱਚ ਗਿਆ, ਅੱਗ ਠੰਡੀ ਹੋਈ, ਪਰ ਵੇਖਿਆ ਪ੍ਰਹਿਲਾਦ ਮੱਚਿਆ ਨਹੀਂ, ਪ੍ਰਹਿਲਾਦ ਬਚ ਗਿਆ। ਉਲਟ ਕਹਾਣੀ ਵਾਪਰ ਗਈ। ਜਦੋਂ ਉਲਟ ਕਹਾਣੀ ਵਾਪਰੀ ਆ ਤੇ ਪ੍ਰਹਿਲਾਦ ਦੇ ਹੱਕ ਵਿੱਚ ਬਹੁਤ ਲੋਕ ਨੇ, ਪਰ ਬੋਲ ਕੁਛ ਨਹੀਂ ਸਕਦੇ, ਮਜਬੂਰੀ ਹੈ ਉਹਨਾਂ ਦੀ। ਤੇ ਹੰਕਾਰ ਮਾਰਿਆ ਗਿਆ, ਹਾਰ ਗਿਆ, ਤੇ ਨਿਰੰਕਾਰ ਦਾ ਉਪਾਸ਼ਕ ਉਹ ਜਿੱਤ ਗਿਆ। ਉਸ ਟਾਈਮ ਤੇ ਜਦੋਂ ਹੋਲਕਾ ਮੱਚ ਗਈ ਤਾਂ ਜਿਹੜੇ ਆਮ ਲੋਕ ਸੀ, ਗਰੀਬ ਲੋਕ ਕਹਿ ਲੋ, ਉਹਨਾਂ ਨੇ ਜਿੱਤ ਦੀ ਖੁਸ਼ੀ ਵਿੱਚ, ਜਿਹੜੀ ਅੱਗ ਦੇ ਵਿੱਚ ਹੋਲਕਾ ਮੱਚੀ ਹੈ ਨਾ, ਜਿੱਤ ਦੀ ਖੁਸ਼ੀ ਵਿੱਚ ਉਹ ਅੱਗ ਦੀ ਸਵਾਹ ਠੰਡੀ ਹੋਣ ਤੇ ਆਪਣੇ ਮੱਥੇ ਦੇ ਨਾਲ ਸਵਾਹ ਮਲੀ। ਮਤਲਬ ਆਪਾਂ ਆਮ ਹੀ ਇਦਾਂ ਕਰ ਲੈਂਦੇ ਨਾ ਵੀ ਜਿੱਥੇ ਕੋਈ ਖੁਸ਼ੀ ਆ ਮੱਥੇ ਨਾ ਮਲ ਲਈ, ਉਹਦਾ ਮੱਥੇ ਨਾ ਮਲ ਤੋਂ ਭਾਵ ਵੀ ਅਸੀਂ ਜਿੱਤ ਗਏ, ਹਰਨਾਕਸ਼ ਹਾਰ ਗਿਆ, ਨੇਕੀ ਜਿੱਤ ਗਈ, ਬਦੀ ਹਾਰ ਗਈ। ਤੇ ਇੱਥੋਂ ਹੋਲੀ ਦਾ ਤਿਉਹਾਰ ਸ਼ੁਰੂ ਹੋਇਆ ਸੀ। ਸਮਾਂ ਪਾ ਕੇ ਹੁਣ ਸਵਾਹ ਨੂੰ ਰੋਜ਼ ਦਿਹਾੜੇ ਕਿਹੜਾ ਮੱਥੇ ਨਾ ਲਾਵੇ, ਸਮਾਂ ਪਾ ਕੇ ਇਹ ਤਿਉਹਾਰ ਹੋਲੀ ਦੇ ਰੂਪ ਚ, ਰੰਗਾਂ ਦੇ ਰੂਪ ਚ ਅੱਜ ਸਾਡੇ ਸਮਾਜ ਵਿੱਚ ਬਦਲ ਗਿਆ। ਤੇ ਪੁਜਾਰੀ ਨੇ ਇਹ ਤਿਉਹਾਰ ਸੂਦਰਾਂ ਨੂੰ ਦਿੱਤਾ ਵੀ ਇਹ ਤੁਹਾਡਾ ਤਿਉਹਾਰ ਆ, ਨਾ ਤੁਸੀਂ ਵਿਸਾਖੀ ਮਨਾਉਣੀ ਆ, ਨਾ ਤੁਸੀਂ ਦੀਵਾਲੀ ਮਨਾਉਣੀ ਆ, ਤੇ ਨਾ ਤੁਸੀਂ ਦੁਸ਼ਹਿਰਾ, ਤੇ ਤੁਸੀਂ ਆਪਣੇ ਤਿਉਹਾਰ ਨੂੰ ਹੋਲੀ ਨੂੰ ਮਨਾਉਣਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਲਤਾੜੇ ਹੋਏ ਲੋਕ, ਆ ਲਤਾੜੇ ਹੋਏ ਲੋਕ ਨਾ, ਜਿਨ੍ਹਾਂ ਦੀ ਝੋਲੀ ਦੇ ਵਿੱਚ ਇੱਕ ਸ਼ੂਦਰ ਕਹਿ ਕੇ
ਉਹਨਾਂ ਦੀ ਭਾਵਨਾ ਮੁਤਾਬਕ ਨੀਚ ਤਿਉਹਾਰ ਪਾਇਆ ਗਿਆ। ਉਹਨਾਂ ਦੀ ਭਾਵਨਾ ਮੁਤਾਬਕ 4 ਪੜਾਵਾਂ ਦੇ ਵਿੱਚ ਤਿਉਹਾਰ ਵੰਡੇ ਗਏ ਨਾ, ਉਹ ਪਾਇਆ ਗਿਆ। ਤੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹੀ ਤਿਉਹਾਰ ਚੱਕਿਆ ਤੇ ਇਸੇ ਲੋਕਾਂ ਨੂੰ ਚੁੱਕਿਆ ਵੀ ਮੈਂ ਇਹਨਾਂ ਨੂੰ ਉੱਪਰ ਉਠਾਉਣਾਗਾ। ਫਿਰ ਪਾਤਸ਼ਾਹ ਨੇ ਹੋਲੀ ਮਨਾਉਣੀ ਆਪਾਂ ਤੇ ਉਹ ਦਿਨ ਨਿਸ਼ਚਿਤ ਕੀਤਾ ਜਿਸ ਦਿਨ ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਫੱਗਣ ਦੇ ਦਿਨਾਂ ਦੇ ਵਿੱਚ ਹੋਲਾ ਮਹੱਲਾ ਕੱਢਿਆ ਜਾਂਦਾਗਾ। ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਬੜੇ ਲੋਕ ਨੇ, ਉਹਨਾਂ ਨੂੰ ਆਪਾਂ ਚਲਾਕ ਵੀ ਕਹਿ ਸਕਦੇ ਹਾਂ, ਅਣਜਾਣ ਵੀ ਕਹਿ ਸਕਦੇ ਹਾਂ। ਰੱਬ ਨੂੰ ਪਤਾ ਵੀ ਉਹ ਕੌਣ ਨੇ, ਕੀ ਗੱਲ ਆ, ਕੀ ਬਾਤ ਆ। ਅੱਜ ਵੀ ਉਹ ਰੰਗਾਂ ਦੇ ਨਾਲ ਗੁਰੂ ਦੀ ਬਖਸ਼ਿਸ਼, ਕੇਸ ਦਾੜੀ ਆਪਣਾ ਲਵੇੜ ਲੈਂਦੇ ਨੇ। ਉਹਨਾਂ ਨੂੰ ਕਦਰ ਨਹੀਂ ਹੈ। ਬਾਹਰੀ ਤੌਰ ਤੇ ਗੁਰੂ ਦੀਆਂ ਨਿਸ਼ਾਨੀਆਂ ਨਾਲ ਬੜਾ ਪਿਆਰ ਕਰਦੇ ਆ। ਆਪਾਂ ਹੁਣੀ ਪੜ੍ਹ ਕੇ ਗਏ ਨਾ ਵੀ ਕੋਈ ਐਸਾ ਪ੍ਰਚਾਰ ਦਾ ਸਮਾਗਮ ਚੱਲ ਰਿਹਾ ਤੇ ਕਿਸੇ ਨੇ ਆ ਕੇ ਵਿੱਚ ਅਜਿਹੀ ਗੱਲ ਅੜਾਈ, ਕਹਿੰਦਾ ਲਓ ਜੀ ਕਰੋ ਦਰਸ਼ਨ, ਮੈਂ ਤਾਂ ਹੱਥ ਲਿਖਤ ਗੁਟਕਾ ਲੈ ਕੇ ਆਇਆ, ਮੈਂ ਤਾਂ ਹੱਥ ਲਿਖਤ ਬੀੜ ਲੈ ਕੇ ਆਇਆ, ਇਹ ਤਾਂ ਗੁਰੂ ਦੀ ਨਿਸ਼ਾਨੀ ਆ। ਉਹ ਪਿਆਰਿਆ, ਗੁਰੂ ਦੀ ਨਿਸ਼ਾਨੀ ਸਾਡੇ ਦਿਲ 'ਚ ਪ੍ਰੇਮ ਆ, ਪਰ ਚੇਤਾ ਰੱਖਿਓ ਗੁਰੂ ਦੀ ਨਿਸ਼ਾਨੀ ਤਾਂ ਸਾਨੂੰ ਕੇਸ ਵੀ ਦਿੱਤੇ ਆ ਨਾ, 5 ਕਕਾਰੀ ਬਾਣਾ ਵੀ ਦਿੱਤਾ ਨਾ, ਫਿਰ ਇਹ ਨਿਸ਼ਾਨੀ ਅਸੀਂ ਕਿਉਂ ਭੁੱਲ ਗਏ। ਪਰ ਸਾਡਾ ਜਿਹੜਾ ਧਿਆਨ ਆ ਉਹ ਪੱਟਿਆ ਜਾਂਦਾ ਹੈਗਾ। ਅੱਜ ਸਾਡਾ ਧਿਆਨ ਨਵੀਆਂ ਬਿਲਡਿੰਗਾਂ ਤੇ ਖੜਾ ਤੇ ਪੁਰਾਤਨ ਗੁਰੂ ਦੇ ਇਤਿਹਾਸ ਨੂੰ ਭੁੱਲ ਗਿਆ। ਜਾਣੀ ਕਿ ਦੋਵੇਂ ਪੱਖ ਨੇ, ਅਸੀਂ ਭੁੱਲ ਵੀ ਗਏ, ਅਸੀਂ ਲੁੱਟੇ ਵੀ ਜਾ ਰਹੇ ਹਾਂ। ਮਾਫ ਕਰਨਾ। ਫਿਰ ਪਾਤਸ਼ਾਹ ਨੇ ਗਰੀਬ ਲਤਾੜੇ ਹੋਏ ਲੋਕਾਂ ਨੂੰ ਚੁੱਕਿਆ। ਹੋਲੀ ਮਨਾਉਣੀ ਆ ਤੇ ਕਿੰਜ ਮਨਾਉਣੀ ਆ, ਹੋਲੇ ਮਹੱਲੇ ਦੇ ਰੂਪ ਵਿੱਚ। ਫਿਰ ਨਾਲ ਪਾਤਸ਼ਾਹ ਨੇ ਇੱਕ ਉਪਰਾਲਾ ਹੋਰ ਕੀਤਾ, ਕੌਮਾਂ 2 ਇਕੱਠੀਆਂ ਕੀਤੀਆਂ ਤੇ 2 ਤਿਉਹਾਰ ਇਕੱਠੇ ਕੀਤੇ ਨੇ। 2 ਤਿਉਹਾਰ ਇਕੱਠੇ ਕੀਤੇ ਨਾ, ਕੱਲੀ ਹੋਲੀ ਨਹੀਂ, ਨਾਲ ਗੁਰੂ ਪਾਤਸ਼ਾਹ ਨੇ ਵਿਸਾਖੀ ਦਾ ਤਿਉਹਾਰ ਵੀ ਮਨਾਇਆ। ਜਿਹੜਾ ਪੁਜਾਰੀ ਨੇ ਆਪ ਦੀ ਝੋਲੀ ਪਾਇਆ ਹੋਇਆ ਸੀਗਾ ਵੀ ਪਹਿਲੀ ਵਿਸਾਖ ਨੂੰ ਕਣਕ ਕੱਲਾ ਵੱਢਿਆ ਜਾਂਦਾ, ਮੇਰੇ ਘਰੇ ਬੜੀ ਗੁਰਾਹੀ ਇਕੱਠੀ ਹੋ ਜਾਂਦੀ ਆ, ਤੇ ਪੁਜਾਰੀ ਨੇ ਆਪਣੇ ਸਿਰ ਲੈਤਾ ਹੋਇਆ ਸੀ ਇਹ ਤਾਂ ਮੇਰਾ ਤਿਉਹਾਰ ਆ। ਤੇ ਪਾਤਸ਼ਾਹ ਨੇ ਵਿਸਾਖੀ ਦਾ ਤਿਉਹਾਰ, ਜਾਣੀ ਕਿ ਉਹ ਕਹਿ ਲੋ ਦਿਨ 1 ਵਿਸਾਖ ਵਾਲਾ ਤਾਂ ਚੁਣਿਆ ਸੀਗਾ। ਹੁਣ ਸਤਿਗੁਰੂ ਪਾਤਸ਼ਾਹ ਨੇ ਹੋਲਾ ਮਹੱਲਾ ਕਿਵੇਂ ਸ਼ੁਰੂ ਕੀਤਾ। ਹੋਲੇ ਤੋਂ ਭਾਵ ਹੈ ਹੱਲਾ ਤੇ ਮਹੱਲੇ ਤੋਂ ਭਾਵ ਹੈ ਇੱਕ ਟਿਕਾਣਾ, ਇੱਕ ਅਸਥਰ ਜਗ੍ਹਾ। ਹੁਣ ਗੁਰੂ ਪਾਤਸ਼ਾਹ ਜੀ ਆਪਣੇ ਗੁਰੂ ਪਿਆਰਿਆਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ। ਛੋਟੀਆਂ ਮਾਲਕ ਨੇ ਧਿਰਾਂ ਬਣਾ ਕੇ ਨਾ ਕੈਂਪ ਲਾਉਣੇ ਸ਼ੁਰੂ ਕਰਤੇ, ਜਿਹਨੂੰ ਆਪਾਂ ਅੱਜ ਦੀ ਭਾਸ਼ਾ ਵਿੱਚ ਗੱਤਕਾ ਕਹਿੰਦੇ ਆ, ਪਰ ਸਾਨੂੰ ਪਸੰਦ ਘੱਟ ਆ। ਮਾਫ ਕਰਨਾ, ਅਸੀਂ ਨਫ਼ਰਤ ਕਰਦੇ ਆ। ਸਾਡੇ ਬੱਚਿਆਂ ਨੂੰ ਅੱਜ ਨੱਚਣਾ ਤਾਂ ਪਸੰਦ ਆ, ਪਰ ਗੱਤਕਾ ਖੇਡਣਾ ਪਸੰਦ ਨਹੀਂ ਹੈ। ਇਉਂ ਕਹਿ ਲੋ ਗੁਰੂ ਦੀ ਬਖਸ਼ਿਸ਼ ਗੇਮ ਉਹ ਤਾਂ ਪਸੰਦ ਨਹੀਂ, ਕਹਿੰਦੇ ਲੈ ਅੱਖ ਮੂੰਹ ਬਣਾਊਗਾ। ਨੱਚਣ ਵਾਲੇ ਕਿਹੜਾ ਭਾਈ ਘੱਟ ਨੇ, ਉਹਨਾਂ ਦੇ ਵੀ ਟੁੱਟ ਸਕਦਾ। ਸਾਡੀ ਭਾਵਨਾ ਲੱਤ ਗੋਡਾ ਟੁੱਟਣ ਦੀ, ਸੱਟ ਵੱਜਣ ਦੀ, ਉਹਨਾਂ ਨਾਲ ਵੀ ਹੋ ਸਕਦਾ ਨਾ, ਕੁਛ ਵੀ ਹੋ ਸਕਦਾ। ਪਰ ਨਹੀਂ, ਬਹੁਤ ਦੇਖਦੇ ਆ ਬੱਚੇ ਮੰਮੀਆਂ ਦੇ ਵੀ ਗਾਤਰੇ ਪਾਏ ਆ ਕੇ ਕਹਿੰਦੀਆਂ ਬਾਬਾ ਕੀ ਕਰੀਏ। ਕਿਉਂ ਭਾਈ, ਇਹ ਤਾਂ ਟੀਚਰਾਂ ਨੇ ਕਹਿਤਾ ਨਾ, ਉਹ ਫਿਰ ਸਾਡੀ ਜਾਣ ਪਛਾਣ। ਉਹ ਟੀਚਰਾਂ ਨੇ ਧੱਕੇ ਨਹੀਂ ਨੱਚਣ ਵਾਲੇ ਪਾਸੇ ਲਾ ਲਿਆ ਨੂੰ। ਕਮਾਲ ਆ ਗਈ, ਸੋਚਣ ਵਾਲੀ ਗੱਲ ਆ ਗਈ। ਅੱਜ ਸਾਡਾ ਸਮਾਜ ਕਿਹੜੇ ਪਾਸੇ ਮੁੜ ਪਿਆ, ਪਰ ਸਾਨੂੰ ਗੁਰੂ ਵਾਲੇ ਪਾਸੇ ਮੁੜਨ ਦੀ ਲੋੜ ਆ। ਪਰ ਗੁਰੂ ਨੇ ਨਾ 2 ਧਿਰਾਂ ਬਣਾਈਆਂ, ਜਾਣੀ ਕਿ ਬਣਾ ਕੇ ਨਾ ਅਲੱਗ ਤੇ ਅੱਡੋ ਅੱਡ ਪਾਤਸ਼ਾਹ ਨੇ ਸ਼ਸਤਰ ਵਿਦਿਆ ਦੇ ਤਰੀਕੇ ਸ਼ੁਰੂ ਕਰਵਾਏ। ਇੱਕ ਧਿਰ ਨੇ ਦੂਜੀ ਧਿਰ ਤੇ ਹੱਲਾ ਬੋਲਣਾ, ਦੂਜੀ ਧਿਰ ਨੇ ਇੱਕ ਥਾਂ ਤੇ ਟਿਕ ਕੇ ਆਪਣੇ ਆਪ ਨੂੰ ਬਚਾਉਣਾ ਕਿਵੇਂ ਆ, ਹੱਲਾ ਕਿਵੇਂ ਬੋਲਣਾ। ਤੇ ਫਿਰ ਦੂਜੀ ਧਿਰ ਨੂੰ ਦੱਸਿਆ ਤੁਸੀਂ ਇਹਨਾਂ ਤੇ ਹੱਲਾ ਕਿਵੇਂ ਬੋਲਣਾ ਤੇ ਇਹਨਾਂ ਨੇ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ। ਕਿਉਂਕਿ ਸਾਡਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਖੁਦ ਹੀ ਸ਼ੇਰਾਂ ਦੇ ਮੁਕਾਬਲੇ ਕਰਦਾ ਰਿਹਾ। ਪੌਂਟਾ ਸਾਹਿਬ ਦੀ ਧਰਤੀ ਤੇ ਥੋੜੀ ਜੀ ਦੂਰੀ ਨਾ ਗੁਰਦੁਆਰਾ ਸ਼ੇਰਗਾਹ ਬਣਿਆ ਹੋਇਆਗਾ, ਤੇ ਜਿੱਥੇ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਚਿੱਟਾ ਸ਼ੇਰ, ਉੱਥੇ ਬਹੁਤ ਮਤਲਬ ਕਿ ਖਤਰਨਾਕ ਸ਼ੇਰ ਕਹਿ ਲੋ ਰਹਿੰਦਾ ਸੀ, ਤੇ ਉਹਦਾ ਸ਼ਿਕਾਰ ਆਪ ਕੀਤਾ ਸੀ। ਲੋਕਾਂ ਨੇ ਉਹ ਜਗ੍ਹਾ ਹੀ ਛੱਡਤੀ ਸੀ, ਉਧਰ ਜਾਣਾ ਬੰਦ ਕੀਤਾ ਹੋਇਆ ਸੀ ਵੀ ਇੱਧਰ ਜਾਣਾ ਹੀ ਨਹੀਂ।
पर धन गुरु गोबिंद सिंह महाराज खुद शेर दे मुकाबले करदा, ते जेड़ा साडा गुरु ही शेरां दे मुकाबले करदा ना, ते ओदी कौम नचार बन जावे ते ए जचदी नहीं है गल प्यारिओ, वापस मुड़न दी लोड़ आ। किसी कवि ने लिखिया धन गुरु गोबिंद सिंह महाराज ना इन्ने क शस्त्र विद्या दे माहर सन, 212 हथियारां दे बहुत ज्यादा धनी सन, ते सानू 212 हथियारां दे नावां दा भी नहीं पता, सानू भी नहीं पता। मालक कृपा करे सानू अज जे पातशाह ने देग ते तेग फतेह दी गल कीती है ना, बिन शस्त्रं है देऊं ददारे, जे गल ए कीती है ना, तां प्यार वालो सानू शस्त्रां नू त्यागना नहीं चाहिदा, ते इन्हां नू अपने कब्जे च अपने हथ विच रखना चाहिदा, ते सत्कार भी करना चाहिदा। ये गुरु दी बख्शिशा, सिख दा शास्त्र नाल प्यार होवे, शास्त्र सिख दा गहना गा। गुरु भला करे तां सच्चे पातशाह ने इत्थे होला महल्ला मनाउण दा उपराला कीता। ये सारी ताकत वधदी वेख के पहाड़ी राजे बहुत ज्यादा घबरा गए, की बनू, इउं ना हो जे, इउं ना हो जे, वाह ना हो जे, ये सारा कुछ इन्होंने सोचना शुरू कर दिता। पर इन्हां समय दे दौरान 1687 दा 88 दा समां गा, हुण गढ़वाल दा राजा गा, फतेह शाह गा, बिलासपुर दा गा, कटौच दा गा, कश्मीर दा राजा मियाँ खां वर्गे, चलो मालक भला करे। कोली ना आनंदपुर साहब दे एक अस्थान रवालसर, ते रवालसर दे विच राजा ने अपनी मीटिंग सद्दी। मीटिंग सद्दी जिवें हुण मोदी बुलाउंदा रहा ना मीटिंगां, इदां आपां बस सारा समझदे हां गल नूं। मीटिंग जदों बुलाई ते उस मीटिंग दे विच गुरु गोबिंद सिंह सच्चे पातशाह नूं भी सुनेहा दिता, आओ जी आपां बैठ के गल करांगे कोई। ते धन गुरु गोबिंद सिंह महाराज जी इन्हां दे सद्दे ते पहुंचे मीटिंग दे विच। हुण इस मीटिंग दे विच 4 चफेरों राजे बुलाए होए ने, 4 चफेरों राजे बुलाए होए ने। ते जदों धन गुरु गोबिंद सिंह सच्चे पातशाह इस मीटिंग दे विच पहुंचे होए ना, विचार करन दे लई भी की विचार आ, विचार तां हुण सारी गुरु गोबिंद सिंह नाल ही होनी है ना। गुरु गोबिंद सिंह कल्ला ते दूजे बन्ने बहुत ज्यादा बड़ा ग्रुप आ। इस मीटिंग दे विच एक चंबे दी राणी आई है, चंबे दी राणी। थोड़ी जी गल ना इत्थे आपां करके चलांगे। मालक कृपा करे साडा इतिहास बड़ा ही वधिया, जिन्ना इहनूं पढ़ी जाओगे, जिन्ना विचारी जाओगे, उन्ना इहदे विचों सिੱਖਿਆ रस मिली जांदी आ। जिहड़ी चंबे दी राणी है ना, इहदे मन दी भावना लै गुरु गोबिंद सिंह नूं बदलना की औखा। माफ करना, आपां सारे धीआं भैणां वाले आ, एक परिवार दे मैंबर आ, गुरु नाल जुड़े होए आ, एक पिता एक इसके हम बारक, इको ही पिता साडा। जे एक पिता गा ते सारे असी रिश्तेदारी च भी भैण भरा लगदे आ। इस गल दा एहसास करना, ते जिथे भैण भरा दी रिश्तेदारी होवे ते उथे गल्लां ना खुल के हो जांदियां ने। इह तां बाबियां ने गल्लां डातियां, ना जी इत्थे आ गल नहीं बोलनी, इत्थे आ नहीं बोलनी, इत्थे आ नहीं बोलनी की, फिर बोलांगे कित्थे? गुरद्वारे तो बाहर तां सानू साह भी नहीं कढण दिंदा कोई। सोचण वाली गल आ ना। पर पातशाह दे इतिहास नूं जानना जरूरी है, क्योंकि असीं अपने बच्चियां नूं भी समझाउणा ते असीं अपने बच्चियां नूं भी समझाउणा गा। सानू वाहिगुरू ने धीआं भी दित्तियां, सानू मालक ने नूहां भी दित्तियां, सानू वाहिगुरू ने पुੱਤ भी दित्ते नेगे। असीं सारिਆਂ नूं समझाउणा ना। ते हुण गुरु गोबिंद सिंह दा इतिहास चलो सारा नहीं याद रहिंदा ना, विचों विचों आपां नुक्ते ही दस देणे अपने धीआं पुੱਤਾਂ नूं। देखो, मर्द दी कमजोरी हुंदी है, वो औरत दा गुलाम हो जांदा। वाहिगुरू भला करे। आपां बहुत वारी हुक्मनामा साहब पढ़िया गा, मन रे कौन को मत तै लीनी, ते पहला दूजी पंक्ति दे विच पहला पॉइंट आउंदा परधारा। परधारे तो भाव पराई इस्त्री, परधारा। नंबर 2 निंदिया रस रचियो राम भगत ने कीनी। बंदे नूं भरमाउण दे लई औरत नूं वरतिया जांदा। साडे समाज दे विच अज भी वरतिया जांदा है। इन्हें भावना बनाई ते मैं गुरु गोबिंद सिंह नूं बदलना क्या औखा।
वाहिगुरू दी कृपा। चलो वाहिगुरू ने सब नूं तना दी सुंदरता बख्शिश कीती है, सब नूं रंग रूप बड़ा वधिया दिता गा, कोई नहीं घट हैगा। एक दू एक चढ़ंदियां इहदी भावना मैं दशमेश पिता नूं बदल देवांगी। मैं अपने तन ते इन्ना शंगार करके जावांगी। ते पर धन गुरु गोबिंद सिंह सच्चे पातशाह नूं कौन बदल सकता है? तो आप बात सुनांगे, आप कंपैरिजन भी करांगे, थोड़ा इत्थे रुकांगे, इतिहास तो पासे आके गल करांगे। गल इतिहास दूगी थोड़ा साइड ते आवांगे। हुण धन गुरु गोबिंद सिंह सच्चे पातशाह नूं बदलण दे लई सारियां दी मीटिंग आ ना, उहदे विच चंबे दी राणी भी आ। ते चंबे दी राणी जदों इस मीटिंग दे विच पहुंची आ, धन गुरु गोबिंद सिंह सच्चे पातशाह नूं जाके मिलदी आ ते सच्चे पातशाह तो ना इस राणी ने आशीर्वाद मंगया। आशीर्वाद मंगया, समझदे हो ना? आशीर्वाद किवें मंगया? तेरे हथ मेरे तन नूं टच करन, भावना की तेरे हथ मेरे तन नूं टच करन। हुण इत्थे थोड़ी जी गल नाल नाल कंपैरिजन करदे जाओ, अज दे बाबियां दा की हाल आ, नाल नाल थोड़ा थोड़ा वेखदे जाओ। दशमेश पिता नूं कौन समझावे? सच्चे पातशाह ने हथ नहीं लाया, आशीर्वाद मंगया, कोई गल नहीं तेरी भावना। सतगुरु पातशाह ने ना तीर दे नाल राणी नूं आशीर्वाद दिता, मूंह पासे करके, मूंह पासे करके तीर नाल टच करता ना। राणी सिर तो लेके पैर दे अंगूठे तक कंब गई। कहंदी मेरी जिहड़ी अंदर दी भावना सी, दशमेश पिता दा ध्यान मैं खिच लवांगी, पर सदके जावां। कहंदी ए एडा करनी दा मालक, करनी दा एडा करनी दा मालक। ते नाल इन्हां बोल के बेनती भी कीती, इतिहासकार लिखदे ने, कहंदी गोबिंद सिंघा, कहंदी तीर ना क्यों मैनू आशीर्वाद दिता, अपने हत्थां नाल आशीर्वाद क्यों नहीं दिता? ते सच्चे पातशाह ने जवाब बड़ा प्यारा दिता, कहंदा राणी इन्हां हत्थां दे नाल ना मैं अपनी धर्म पत्नी नूं छुया, ते ओदे तो बिना ये हथ किसी होर नूं टच नहीं कर देगे। गुरु पातशाह ने जवाब इउं दिता ते राणी फिक्की पै गई, भावना खत्म हो गई ना। चलो बाद जो मीटिंग आ गई आपां नूं पता ही आ भी तुसीं ऐ क्यों करदे हो जी, तुसीं ये गरीबां नूं जिहड़े लताड़े होए ने इन्हां नूं तुसीं सिरे चढ़ाई जांदे हो जी, तुसीं आह काम करदे हो, असीं बुत पूजदे, तुसीं बुत्तां दे खिलाफ बोलदे हो जी। वो तां गल्लां होणगीਆਂ मीटिंग दे विच। नाल थोड़ी जी गल आपां होर भी कढ के देखीए विचों, सिखा तेरा गुरु आहे जिहड़ा राणी नूं कह रिहागा ये हथ मेरी धर्म पत्नी नूं छुए ने, इस तो वध के होर किते टच नहीं होने। ये तेरा गुरु आ, ये साडा गुरु आ। असीं अपने गुरु दा पल्ला छड्ड के कित्थे गए आ, अज गौर करन दी लोड़ आ। हजरत मुहम्मद आपां सारे जाणदे आ, मुसलमानां दा बहुत वड्डा पैगंबर आ। विचों एक गल आ, इन्हां दा इतिहास कहंदा हजरत मुहम्मद चढ़दी जवानी विच अपनी मां दी वडेरी, अपनी मां दी वडेरी उम्र तो वध के 45 तो प्लस उम्र दी औरत नाल इन्हें निकाह करवाया सीगा। देखो जेड़ा मुसलमानां दा पीर आ, इन्हां दा इतिहास कहंदागा तुसीं मुसलमानां नूं पुछ सकदे हो जिथों सिया सुन्नी शुरू होई आ, जिथों सुन्नत शुरू हुंदी आ। बाबे नानक ने बाणी च भी इशारा कीतागा, कबीर साहब ने भी कीता, कबीर मुसलमानां दा लड़का ना, उन्हें भी इशारा कीता। ते भाई कान सिंह नाभे नूं पढ़ के वेखियो, उन्हें भी बकायदा लिखिया। इन्हें 45 साल दी वध के अपनी मां दी उम्र तो वडेरी भैण दे नाल, मां दे नाल एक ब्याह करवाया, निकाह करवाया। अच्छा होर देखो इन्हां दे गंदी मन दी भावना, जदों आप 45-50 दा हो गया ते फिर इहने 16 साल दी औरत नाल ब्याह करवाया। ये इन्हां दा इतिहास आ। माफ करना सिखा, तेरे गुरु दे ना रोम वर्गा भी नहीं कोई बन सकदा, रोम वर्गा। हुण अगे आ जाओ, होर हवाले लै लो।
ਆਪਾਂ ਸਾਰੇ कृष्ण ਦੇ ਪੁਜਾਰੀ ਹਾਂ। माफ करना, ਤੁਸੀਂ ਸਿਆਣੇ ਹੋ, ਸੂਝਵਾਨ ਹੋ, ਤੇ ਨਹੀਂ ਕਿਤੇ ਨਾ ਦਿਲ 'ਚ ਸਾਰਿਆਂ ਦੇ कृष्ण ਦੀ ਫੋਟੋ ਵੜੀ ਪਈ ਆ। ਇੱਥੇ ਹੋਕਾ ਆਪਾਂ ਹੀ ਦਿੰਦੇ ਹੁੰਦੇ ਆ, ਫਲਾਣੇ ਥਾਂ ਜਾਓ ਭਾਈ, ਉੱਥੇ ਫਲਾਨੀ ਚੀਜ਼ ਦਾ ਪਾਠ ਸੁਣਾ ਜਾਣਾ, ਉੱਥੇ ਇਉਂ ਕਰਨਾ, ਜੋ ਕਰਨਾ ਉਹ ਸਾਰਾ ਜਾਣਦੇ ਹੋ ਤੁਸੀਂ। कृष्ण ਦੇ ਪੁਜਾਰੀ। ਹੁਣ कृष्ण ਦਾ ਜੀਵਨ ਵੀ ਵੇਖੋ। ਮੈਂ ਹੀ ਨਹੀਂ ਕਹਿੰਦਾਗਾ, ਆਪਾਂ ਹੁਣੀ ਹਵਾਲਾ ਲੈਤਾ ਆਸਾ ਕੀ ਵਾਰ ਦੀ ਆਰੰਭਤਾ ਇਤਿਹਾਸ ਦੀ ਬੁੱਕਲ ਚੋਂ ਹੁੰਦੀ ਹੈ। ਟੁੰਡੇ ਸਰਾਜੇ ਕੀ ਧੁਨੀ ਇਤਿਹਾਸ ਤੋਂ ਸ਼ੁਰੂ ਹੁੰਦੀ ਆ ਆਸਾ ਦੀ ਵਾਰ, ਇਤਿਹਾਸ ਤੇ ਸਮਾਪਤ ਹੁੰਦੀ ਆ। ਉਸੇ ਆਸਾ ਦੀ ਵਾਰ ਵਿੱਚ ਲਿਖਿਆ ਜਿਹੜਾ कृष्ण ਆ ਨਾ, कृष्ण ਆ ਜਿਹੜਾ, ਇਹਨੇ ਚੰਦਰਾਵਲ ਦੇ ਨਾਲ ਵਿਆਹ ਕਰਾਇਆ। रुकमणी ਇਹਦੀਆਂ 360 ਗੋਪੀਆਂ, ਵੈਸੇ ਤਾਂ 16,808 ਇਹਦੀਆਂ ਔਰਤਾਂ ਮੰਨੀਆਂ ਗਈਆਂ ਨੇ। ਪੜ੍ਹਿਓ ਪੁਰਾਣਿਕ ਕਥਾਵਾਂ ਦਾ ਅੰਤ, ਉਹਦੇ ਵਿੱਚ ਬਕਾਇਦਾ ਹਿਸਟਰੀ ਲਿਖੀ ਆ। 16,808 ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਸਿਰ ਤੇ ਚੜਾ ਕੇ ਦੇਵਤੇ ਮੰਨੀ ਬੈਠੇ, ਜਿਹੜੇ ਪਸ਼ੂਆਂ ਨਾਲੋਂ ਵੀ ਗਏ ਗੁਜਰੇ ਨੇ। माफ करना, अत कथनी नहीं है कहना। मैनू तो कोई डर नहीं लगता, जिन्होंने लगता होना भी कृष्ण श्राप ना दे दे। कोई श्राप नहीं, कोई ना कोई वार नहीं है। ते चेता रखियो 360 गोपियां दे विचों रुकमणी जिहड़ी गोपी है ना, रुकमणी इहदी सकी मामी लगदी है, जिहदे नाल विआह करवाया कृष्ण भगवान दी, जिन्हों आपां भगवान कहने आ। इत्थे भगवान नहीं कहना चाहिदा, ये कृष्ण दी मामी आ। ते चंद्रावल ਇਹ ਗਰਭ ਧਰਨ ਦੀ ਲੜਕੀ ਆ। ਇਹਨੇ ਆਪਣੇ ਬਾਪ ਨੂੰ ਕਿਹਾ, ਕਹਿੰਦੀ ਪਿਤਾ ਮੇਰਾ ਵਿਆਹ ਕਰ ਦੋ, कृष्ण ਮੇਰੇ ਤੇ ਮਾੜੀ ਨਿਗਾਹ ਰੱਖੀ ਬੈਠਾ। ਇਹਨੇ ਮਾਸੀ ਦੀ ਧੀ ਬਣਾ ਕੇ ਆਪ ਖੁਦ ਔਰਤਾਂ ਵਾਲਾ ਲਿਬਾਸ ਪਾ ਕੇ ਵਿਆਹ ਹੋਣ ਤੋਂ ਬਾਅਦ ਉਹਦੀ ਜਾ ਕੇ ਪੱਤ ਨੂੰ ਹੱਥ ਪਾਇਆ ਸਹੁਰੇ ਘਰ ਜਾ ਕੇ कृष्ण ਨੇ। ਸਿੱਖਾ ਕੌਣ ਬਣ ਜੂ ਤੇਰੇ ਗੁਰੂ ਵਰਗਾ, ਨਿਗਾਹ ਮਾਰ ਕੇ ਵੇਖ, ਗੁਰੂ ਗੋਬਿੰਦ ਸਿੰਘ ਵਰਗਾ। ਐਵੇਂ ਨਹੀਂ ਬਾਣੀ 'ਚ ਲਿਖਿਆ, ਜਿਨ ਮਿਲ ਮਾਰੇ ਪੰਚ ਸੂਰ ਸੋ ਐਸੋ ਕੌਣ ਬਲੀ ਰੇ। ਉਹ ਗੁਰੂ ਗੋਬਿੰਦ ਸਿੰਘ ਆ। ਉਹ ਗੁਰੂ ਨਾਨਕ ਸਾਹਿਬ ਆ, ਜਿਹਨੇ ਸ਼ਿਵਨਾਵ ਦੇ ਰਾਜੇ ਕੋਲ ਜਾ ਕੇ ਵੀ ਕਹਿ ਦਿੱਤਾ ਸੀ ਆਪਣੀਆਂ ਪਹਿਲਾਂ ਇਹ ਨਗੇਜ ਪੱਖ ਦੇ ਵਿੱਚ ਲੜਕੀਆਂ ਜਿਹੜੀਆਂ ਫਿਰਦੀਆਂ ਨੇ, ਇਹਨਾਂ ਨੂੰ ਕੱਪੜੇ ਪਵਾ ਤਣ ਤੇ ਸਿੱਖਾ ਇਹ ਤੇਰਾ ਗੁਰੂ ਆ, ਐਵੇਂ ਨਾ ਭੁੱਲ ਜੀ, ਐਵੇਂ ਨਾ ਭਟਕ ਜੀ। ਇੱਕ ਵਿੱਚੋਂ ਹੋਰ ਵਾਰਤਾ ਸਾਂਝੀ ਕਰ ਲੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਮਾਤਾ ਸਾਹਿਬ ਕੌਰ ਦਾ, ਯਾਨੀ ਕਿ ਸਾਹਿਬ ਦੇਵਾ ਦਾ ਡੋਲਾ ਆਉਂਦਾ। ਪਰਿਵਾਰ ਦੀ ਭਾਵਨਾ ਸੀ। ਚਲੋ ਕਦੇ ਫਿਰ ਆਪਾਂ ਗੱਲ ਸਾਂਝੀ ਕਰਾਂਗੇ ਵੀ ਅਸੀਂ ਆਪਣੀ ਧੀ ਦਾ ਵਿਆਹ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਕਰਨਾ। ਤੇ ਜੋ ਆ ਕੇ ਪਰਿਵਾਰ ਨੇ ਬੇਨਤੀ ਕੀਤੀ ਆ ਨਾ, ਤੇ ਪਾਤਸ਼ਾਹ ਨੇ ਕੀ ਕਿਹਾ ਸੀ, ਮਾਤਾ ਨੇ ਕੀ ਕਿਹਾ ਸੀ। ਪਾਤਸ਼ਾਹ ਕਹਿੰਦੇ ਵੀ ਅਸੀਂ ਪਰਿਵਾਰ ਵਾਲੇ ਆ, घर विच 4 बच्चे ने, जीवन संतुष्ट है, ते सानू विआह दी कोई लोड़ नहीं। असीं अपने परिवार दे विच इह सब कासे तो उपर उठ चुके हैं, सब कुछ छड़ दिता। कहण तो भाव ते गुरु साहब ने जो जवाब दिता ना, सुने हुण माता साहिब देवा दा जो विआह हुंदागा, परिवार ने बेनती कीती, इधरों माता गुजर कौर ने सहमति देती, चलो कोई गल नहीं। बच्चों ने भी सहमति देती, कोई गल नहीं। आसे पासे तो सब कासे ने सहमति देती, चलो कोई गल नहीं। डोला होना तो तुहाडे ही होना, असीं इस धी नूं वापस अपने घर नहीं लेके जाना। साडी बचपन दे विच भावना सी, जदों जन्म होया ते उदे तो तुहानूं अर्पण कीती आ, ये वापस नहीं ले जाना, सानूं इस नाल कोई मतलब नहीं है। ਜਦੋਂ 4 ਚੁਫੇਰਿਓਂ ਸਹਿਮਤੀ ਮਿਲੀ ਆ ਨਾ, ਤੇ ਆਪਾਂ ਗੁਰੂ ਦਾ ਜੀਵਨ ਵੇਖਣਾ, ਆਪਾਂ ਇਹ ਗੱਲਾਂ ਵੱਲ ਧਿਆਨ ਨਹੀਂ ਕਰਨਾ, ਸਿਰਫ ਗੁਰੂ ਦਾ ਕਰੈਕਟਰ ਵੇਖਣਾ ਕਿੰਨਾ ਉੱਚਾ ਤੇ ਸੁੱਚਾਗਾ। ਤੇ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਪਏ ਤੇ ਹੱਸ ਕੇ ਕਹਿੰਦੇ, ਚਲੋ ਠੀਕ ਆ, ਤੁਹਾਡੀ ਮਰਜ਼ੀ ਆ, ਪਰ ਸਾਡੇ ਵੱਲੋਂ ਇੱਕ ਸ਼ਰਤ ਆ। ਇੱਕ ਸ਼ਰਤ ਆ, ਤੇ ਉਹ ਸ਼ਰਤ ਕਿਹੜੀ ਆ? ਉਹ ਸ਼ਰਤ ਇਹ ਆ, ਜੇ ਸਾਹਿਬ ਕੌਰ ਦਾ ਡੋਲਾ गुरु गोबिंद सिंह दे लड़ लाउणा तां इन्हां नूं सारी उम्र कुआरेपण दे विच रहना पऊगा। ओ समझौता तुसीं कर लवो। ते वाहिगुरू भला करे, जदों तुसीं इतिहास पढ़ोगे ना, ते माता साहिब कौर दा इतिहास इउं ही मिलदा, ब्याह भी होया ते कुआरी भी है।
ਤੇ ਜਦੋਂ ਸਾਨੂੰ ਲੜ ਲਾਇਆ ਜਾਂਦਾ ਤਾਂ ਉਹ ਮਾਤਾ ਸਾਹਿਬ ਕੌਰ ਦੇ ਲੜ ਲਾਇਆ ਜਾਂਦਾਗਾ ਵੀ ਤੁਹਾਡੀ ਸਿੱਖਾ ਅੱਜ ਤੋਂ ਬਾਅਦ ਮਾਤਾ ਸਾਹਿਬ ਕੌਰ ਤੇ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸਿੱਖਾ ਇਹ ਤੇਰਾ ਇਤਿਹਾਸ ਆ, ਇਹ ਤੇਰਾ ਗੁਰੂ ਆ। ਐਵੇਂ ਆਪਣੇ ਗੁਰੂ ਨੂੰ ਛੱਡ ਕੇ ਨਾ ਕਿਤੇ ਹੋਰ ਨਾ ਚਲਾ ਜਾਵੀਂ। ਗੁਰੂ ਗੋਬਿੰਦ ਸਿੰਘ ਦੀ ਰੀਸ ਕਰਨੀ ਬੜੀ ਸੌਖੀ ਆ, ਪਰ ਉਹ ਜੀਵਨ ਬਣਾਉਣਾ ਬਹੁਤ ਔਖਾ ਗਾ। ਇਹ ਸਾਡੇ ਗੁਰੂ ਦਾ ਕਰੈਕਟਰ ਆ ਭਾਈ। इत्थे होर भी बहुत कुछ आ जिन्हां ने अपनियां धीआं दा विष्णु वर्गियां ने सतभंग कीता ते असीं अज विष्णु दी मूर्ति दे पुजारी आ, असीं अज कृष्ण दी मूर्ति दे पुजारी आ। इह इतिहास विचों वार्ता आ गई तां आपां सांझी कीती आ। माफ करना जे मैथों वध घट बोलिया गया होवे। एक गल आपां बोल के शुरू कीता सी, आपां एक परिवार दे मैंबर आ, आपां भैण भरांगे सके भैण भरा गल्लां अपने कोले दिल दियां कर लैंदे नेगे। सो सच्चे पातशाह जी ने ना फिर इस मीटिंग दे विच हाज़र होए ने। इस मीटिंग दे विच गल्लां की चलणा, गल्लां चलदियां ना भी जी तुसीं ये गरीबां नूं बाहले सिरे सिर चढ़ाई जांदे हो, तुसीं गलत करी जांदे हो, तुसीं गलत करी जांदे हो। असीं तां तुहाडे सिख बनांगे जे साडी मर्जी अनुसार चलोगे। गुरु साहब ने इन्हां दियां सारियां जानी कि गल्लां तो कोरा जवाब दे दिता। असीं तां जागत जोत जपै निस वासुर दे धारनी आ, असीं तुहाडियां वालियां मूर्तियां दे धारनी नहीं हां। जो जवाब दिता ना फिर इन्हां दे अंदर ईर्खा पैदा होगी। गुरु साहब तो पहली प्लान बनाई जाते हैं, शस्त्र विद्या के माहर करी जाते गुरसिखां नूं। संगतां बड़ियां जा रही आनंदपुर साहब दे विच बड़ी बख्शिश होई पई हैगी, बहुत ज़्यादा बख्शिश है ना। तो इत्थे इस तो बाद फिर आपां नूं पता नदाउण दा जंग हुंदा गा ते नदाउण दे जंग दे विच कश्मीर दा जिहड़ा गवर्नर आगा मियाँ खां ते अल्फ खां ये भेजे गए, इन्हां नूं चढ़ा के भेजा गया। इन्हां ने उस तो बाद ना संधि जिहड़ी आ अपनी औरंगजेब नाल मिलाई, क्योंकि औरंगजेब भी गुरु घर दा विरोधी आ। हुण इह धिरां रल गईआं आपस विच भी आपां रल जो फिर काम चलू। इउं इहदी ताकत नूं वाधी ताकत नूं गुरु गोबिंद सिंह दी ताकत नूं रोक नहीं सकदे। मियाँ खां ते अल्फ खां ये टैक्स लैण आए सीगे ते पहाड़ी राज ने टैक्स देणों मना करता। कहंदे साथों तां सारा टैक्स गुरु गोबिंद सिंह लै गया, असीं तुहानूं की देईए। जानी कि वध घट करके गल्लां औरंगजेब नूं भखाता ते नाल अपने वल्लों मदद भी मंगी। असीं तुहाडे नाल सहमत आ भी साडे नाल रल के तुसीं ना आपां धक्का करांगे, वार करांगे। पर उहदे विच अल्फ खां मियाँ खां वर्गे हार खा के मुड़ गए, जानी क्यों कह लो छित्र खा के मुड़ गए। पर जित गुरु गोबिंद सिंह सच्चे पातशाह जी दी हुई आ। नदाउण दी धरती ते नदाउण दी जंग हुंदी आ। फिर उस तो बाद औरंगजेब आप लगातार 8 साल अपने रुझेवियां च रहा। ये दिल्ली छड्ड गया सी, दक्षिण वाल चला गया सीगा, रुझेवियां च रहा। इहने अपने बच्चे दी अपने पुत दी ड्यूटी लाती, कहंदा तूं आनंदपुर साहब जा ते तूं जाके ना गुरु गोबिंद सिंह दा मुकाबला करी। गुरु गोबिंद सिंह दा मुकाबला जाके तैं करना। ते हुण जदों इह आनंदपुर साहब फौज लैके पहुंचियागा, मौजूम खान ना जिहड़ा मतलब दा पोता गा ते उस टाइम ते बहादुर शाह पहुंचदा गा, इहनूं मिलदा गा इहदा उस्ताद नंद लाल। जदों नंद लाल मिलदा गा ते उत्थे गल्लां बातां भी हुंदियां ने आपस दे विच रल के, तां इहदा मन नहीं मन्निया भी मैं गुरु गोबिंद सिंह दे नाल मुकाबला करां औरंगजेब दे पुत दा। इह जवाब दे गया, कहंदा मैं मुकाबला नहीं करना गा। जो मुकाबले तो जवाब देगा ना फिर उस तो बाद हुसैनी दा जंग हुंदा गा। ते जिहड़ा हुसैनी दा जंग आ ये हुसैन खां मतलब कि मोढी बन के लड़िया सी, तां करके हुसैनी दा जंग बन गया। ते उदों भी गुरु पातशाह जी दी जित हुई आ। फिर उस तो बाद धन गुरु गोबिंद सिंह सच्चे पातशाह ने सारा चार चपेरों हाल वेख के फिर एक नवीं कौम नवीं सिरजना करन दा अपने मन दे विच ख्याल प्रगट कीता। वो तुसीं जाणदे हो की ख्याल सीगा। वो धन गुरु गोबिंद सिंह महाराज ने अमृत छकाउण दा, खंडे की पौहल तैयार करन दा अपने वल्लों उपराला कीता। वो किवें कीता वो आउण वाले टाइम दे विच आपां पढ़ांगे सुणांगे। अज दी विचार इत्थे ही समाप्त है। भुल्लां दी खिमा, सब दा धन्नवाद। वाहिगुरू जी का खालसा, वाहिगुरू जी की फतेह। राम कली महला तीजा, आनंद एक ओंकार सतगुर प्रसाद। आनंद पाया मेरी माए सतगुरु।